जैसे जलते बुदबुदा उपजे बिन से नीत, जग रचना तैसे रची ਕਹਿ ਨਾਨਕ ਸੁਣ ਮੀਤ। ਸਿੱਖਾਂ ਦੇ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਜਨਮ 1656 ਈਸਵੀ ਵਿੱਚ ਕੀਰਤਪੁਰ ਸਾਹਿਬ ਵਿਖੇ ਹੋਇਆ ਸੀ। ਆਪ ਜੀ ਦੇ ਪਿਤਾ 7ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਰਾਏ ਜੀ ਸਨ। ਆਪ ਜੀ ਦੀ ਮਾਤਾ ਦਾ ਨਾਮ ਕਿਸ਼ਨ ਕੌਰ ਸੀ। ਗੁਰੂ ਸਾਹਿਬ ਰੱਬੀ ਨੂਰ ਸਨ। ਬਚਪਨ ਤੋਂ ਹੀ ਆਪ ਗੰਭੀਰ ਅਤੇ ਸਹਿਨਸ਼ੀਲ ਹੋਣ ਦੇ ਨਾਲ-ਨਾਲ ਅਧਿਆਤਮਿਕ ਅਭਿਆਸ ਵਿੱਚ ਲੀਨ ਰਹਿੰਦੇ ਸੀ। ਇਸ ਦੇ ਨਾਲ-ਨਾਲ ਆਪ ਜੀ ਹਮੇਸ਼ਾ ਊਚ ਨੀਚ ਅਤੇ ਜਾਤ ਪਾਤ ਦਾ ਭੇਦਭਾਵ ਕੀਤੇ ਬਗੈਰ ਲੋਕਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ। ਆਪ ਜੀ ਦੇ ਅੰਦਰ ਪਰਮਾਤਮਾ ਦੇ ਨੂਰ ਨੂੰ ਪਹਿਚਾਨਦੇ ਹੋਏ ਅਤੇ ਹਰ ਪੱਖੋਂ ਯੋਗ ਸਮਝਦੇ ਹੋਏ ਆਪ ਜੀ ਦੇ ਪਿਤਾ ਨੇ 5 ਸਾਲ ਦੀ ਉਮਰ ਵਿੱਚ ਹੀ ਆਪ ਜੀ ਨੂੰ ਗੁਰਗੱਦੀ ਸੌਂਪੀ ਤੇ 8ਵਾਂ ਗੁਰੂ ਘੋਸ਼ਿਤ ਕਰ ਦਿੱਤਾ। ਆਪ ਜੀ ਦੇ ਚਿਹਰੇ ਤੇ ਮਾਸੂਮੀਅਤ ਸੀ, ਪਰ ਆਪ ਜੀ ਬਹੁਤ ਬੁੱਧੀਮਾਨ ਅਤੇ ਗਿਆਨਵਾਨ ਸਨ। ਪਿਤਾ ਗੁਰੂ ਸ਼੍ਰੀ ਹਰਰਾਏ ਜੀ ਨੇ ਦੇਹ ਤਿਆਗੀ ਤਾਂ ਆਪ ਜੀ ਨੇ ਉਸ ਦਾ ਕੋਈ ਸੋਗ ਨਹੀਂ ਕੀਤਾ। ਸੰਗਤਾਂ ਨੂੰ ਵੀ ਆਦੇਸ਼ ਦਿੱਤਾ ਕਿ ਗੁਰੂ ਜੀ ਪਰਮਾਤਮਾ ਦੀ ਗੋਦ ਵਿੱਚ ਜਾ ਬਿਰਾਜੇ ਹਨ, ਇਸ ਲਈ ਉਹਨਾਂ ਦੇ ਜਾਣ ਦਾ ਕੋਈ ਸੋਗ ਨਹੀਂ ਕਰੇਗਾ। ਛੋਟੀ ਉਮਰ ਵਿੱਚ ਆਪ ਜੀ ਨੂੰ ਗੁਰਗੱਦੀ ਮਿਲੀ। ਫਿਰ ਆਪ ਜੀ ਨੇ ਕੌਤਕ ਦਿਖਾਏ ਤਾਂ ਆਪ ਜੀ ਨੂੰ ਪ੍ਰਸਿੱਧੀ ਮਿਲਣੀ ਵੀ ਸ਼ੁਰੂ ਹੋ ਗਈ। ਇਹ ਜਾਣਕਾਰੀ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਕੋਲ ਪਹੁੰਚੀ ਤਾਂ ਉਸਦੇ ਮਨ ਵਿੱਚ ਆਪ ਜੀ ਦੇ ਲਈ ਈਰਖਾ ਪੈਦਾ ਹੋ ਗਈ। ਇਸੇ ਲਈ ਉਸਨੇ ਆਪ ਜੀ ਨੂੰ ਦਿੱਲੀ ਦਰਬਾਰ ਵਿੱਚ ਬੁਲਾਉਣ ਦਾ ਆਦੇਸ਼ ਜਾਰੀ ਕਰ ਦਿੱਤਾ। ਉਸ ਆਦੇਸ਼ ਦਾ ਪਾਲਣ ਕਰਦੇ ਹੋਏ ਰਾਜਾ ਜੈ ਸਿੰਘ ਨੇ ਬੜੀ ਹੀ ਨਿਮਰਤਾ ਨਾਲ ਆਪਣੇ ਦੂਤ ਰਾਹੀਂ ਗੁਰੂ ਸਾਹਿਬ ਨੂੰ ਸੰਦੇਸ਼ਾ ਭੇਜਿਆ। ਮਾਤਾ ਕਿਸ਼ਨ ਕੌਰ ਨੇ ਸਲਾਹ ਮਸ਼ਵਰਾ ਕਰਕੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਦੀ ਇਜਾਜ਼ਤ ਤਾਂ ਦੇ ਦਿੱਤੀ, ਪਰ ਨਾਲ ਇਹ ਵੀ ਕਹਿ ਦਿੱਤਾ ਕਿ ਗੁਰੂ ਸਾਹਿਬ ਔਰੰਗਜ਼ੇਬ ਨੂੰ ਨਹੀਂ ਮਿਲਣਗੇ। ਗੁਰੂ ਸਾਹਿਬ ਕਈ ਸ਼ਰਧਾਲੂਆਂ ਨਾਲ ਦਿੱਲੀ ਲਈ ਰਵਾਨਾ ਹੋ ਗਏ। ਆਪਣੀ ਇਸ ਯਾਤਰਾ ਦੌਰਾਨ ਆਪ ਜੀ ਵੱਡੀ ਗਿਣਤੀ ਵਿੱਚ ਸੰਗਤਾਂ ਨੂੰ ਮਿਲੇ ਤੇ ਉਹਨਾਂ ਨੂੰ ਗਿਆਨ ਦਿੱਤਾ। ਅੰਬਾਲਾ ਦੇ ਨੇੜੇ ਪੰਜੋਖਰਾ ਵਿਖੇ ਆਪ ਜੀ ਇੱਕ ਰਾਤ ਕੱਟਣ ਲਈ ਰੁਕੇ। ਇਸ ਥਾਂ ਤੇ ਲਾਲਚੰਦ ਨਾਮ ਦਾ ਇੱਕ ਵਿਦਵਾਨ ਰਹਿੰਦਾ ਸੀ, ਜਿਸ ਨੂੰ ਆਪਣੇ ਗਿਆਨਵਾਨ ਹੋਣ ਦਾ ਬਹੁਤ ਘਮੰਡ ਸੀ। ਗੁਰੂ ਜੀ ਨੇ ਛੱਜੂ ਨਾਮ ਦੇ ਇੱਕ ਗੂੰਗੇ ਵਿਅਕਤੀ ਤੇ ਅਜਿਹੀ ਨਜ਼ਰ ਪਾਈ ਕਿ ਉਸਨੇ ਗੀਤਾ ਦਾ ਸਾਰਾ ਗਿਆਨ ਲਾਲਚੰਦ ਵਿਦਵਾਨ ਦੇ ਅੱਗੇ ਸੁਣਾ ਦਿੱਤਾ। ਇਹ ਦੇਖ ਕੇ ਲਾਲਚੰਦ ਦਾ ਸਾਰਾ ਹੰਕਾਰ ਟੁੱਟ ਗਿਆ ਤੇ ਉਸਨੇ ਗੁਰੂ ਜੀ ਤੋਂ ਮਾਫੀ ਮੰਗੀ ਤੇ ਉਹਨਾਂ ਦਾ ਚੇਲਾ ਬਣ ਗਿਆ। ਆਪ ਜੀ ਦੀ ਯਾਦ ਵਿੱਚ ਪੰਜੋਖਰਾ ਸਾਹਿਬ ਨਾਂ ਦਾ ਸ਼ਾਨਦਾਰ ਗੁਰਦੁਆਰਾ ਉੱਥੇ ਬਣਿਆ ਹੋਇਆ ਹੈ। ਦਿੱਲੀ ਪਹੁੰਚ ਕੇ ਆਪ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਰਹੇ, ਜਿੱਥੇ ਅੱਜ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਬਣਿਆ ਹੋਇਆ ਹੈ। ਆਪ ਜੀ ਦੇ ਦਿੱਲੀ ਵਾਸ ਦੇ ਦੌਰਾਨ ਹੈਜ਼ਾ ਅਤੇ ਚੇਚਕ ਦੀ ਮਹਾਮਾਰੀ ਫੈਲ ਗਈ। ਗੁਰੂ ਸਾਹਿਬ ਜੀ ਨੇ ਬੰਗਲੇ ਦੇ ਅੰਦਰ ਝੀਲ ਦੇ ਪਾਣੀ ਨੂੰ ਛੂ ਕੇ ਪਵਿੱਤਰ ਕਰ ਦਿੱਤਾ ਤੇ ਉਸ ਅੰਮ੍ਰਿਤ ਨਾਲ ਲੋਕਾਂ ਦਾ ਇਲਾਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਕ ਠੀਕ ਹੋਣਾ ਸ਼ੁਰੂ ਹੋ ਗਏ। ਆਪ ਜੀ ਨੇ ਜਾਤ ਪਾਤ ਦਾ ਭੇਦਭਾਵ ਕੀਤੇ ਬਿਨਾਂ ਪੀੜਿਤਾਂ ਦੀ ਪੀੜਾ ਨੂੰ ਦੂਰ ਕੀਤਾ। ਇਸ ਕਰਕੇ ਆਪ ਜੀ ਨੂੰ ਬਾਲਾ ਪੀਰ ਦਾ ਨਾਮ ਵੀ ਦਿੱਤਾ ਗਿਆ। ਮਹਾਮਾਰੀ ਤੋਂ ਪੀੜਿਤ ਲੋਕਾਂ ਦੀ ਸੇਵਾ ਕਰਦੇ ਹੋਏ ਆਪ ਜੀ ਦੀ ਦੇਹ ਵੀ ਬਿਮਾਰ ਹੋ ਗਈ। ਜਦੋਂ ਆਪ ਜੀ ਦੀ ਹਾਲਤ ਗੰਭੀਰ ਹੋਈ ਤਾਂ ਆਪ ਜੀ ਨੇ ਆਪਣੀ ਮਾਤਾ ਜੀ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਮੇਰਾ ਅੰਤ ਨੇੜੇ ਹੈ। ਇਹ ਸੁਣ ਕੇ ਆਪ ਜੀ ਦੀ ਮਾਤਾ ਜੀ ਨੇ ਉੱਤਰ ਅਧਿਕਾਰੀ ਦਾ ਨਾਮ ਪੁੱਛਿਆ ਤੇ ਆਪ ਜੀ ਨੇ ਸਿਰਫ 2 ਸ਼ਬਦ ਕਹੇ, ਬਾਬਾ ਬਕਾਲਾ। ਇਹ ਇਸ਼ਾਰਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਈ ਸੀ, ਜੋ ਉਸ ਸਮੇਂ ਬਿਆਸ ਦਰਿਆ ਦੇ ਨੇੜੇ ਪਿੰਡ ਬਕਾਲਾ ਵਿੱਚ ਰਹਿ ਰਹੇ ਸਨ। ਫਿਰ 1664 ਵਿੱਚ ਆਪ ਜੀ ਆਪਣੇ ਆਖਰੀ ਪਲਾਂ ਵਿੱਚ ਵਾਹਿਗੁਰੂ ਦਾ ਜਾਪ ਕਰਦੇ ਹੋਏ ਅਕਾਲ ਚਲਾਣਾ ਕਰ ਗਏ। ਗਲੋਬਲ ਮਿਡਾਸ ਫਾਊਂਡੇਸ਼ਨ ਵੱਲੋਂ 8ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦੇ ਚਰਨਾਂ ਵਿੱਚ ਕੋਟਿ-ਕੋਟਿ ਨਮਸਕਾਰ।